BC ਦਾ ਜਿਹੜਾ ਲੇਬਰ ਆਊਟਲੁੱਕ ਮਾਰਕੀਟ ਦਾ ਜਿਹੜਾ ਸਾਹਮਣੇ ਆਇਆ ਉਸ ਦੇ ਮੁਤਾਬਕ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਬਹੁਤ ਜ਼ਿਆਦਾ ਅਸਾਮੀਆਂ ਇਸ ਵੇਲੇ ਖਾਲੀ ਹੋਣ ਵਾਲੀਆਂ ਨੇ, ਜਿਨ੍ਹਾਂ ਦੇ ਵਿੱਚ ਰਿਟਾਇਰਮੈਂਟ ਜਿਹੜੇ ਲੋਕ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਹੀ ਅਸਾਮੀਆਂ ਖਾਲੀ ਹੋ ਰਹੀਆਂ ਨੇ। ਘੱਟੋ ਘੱਟ 63% ਦਾ ਜਿਹੜਾ ਖਾਲੀ ਅਸਾਮੀਆਂ ਹੁਣ ਭਰਨ ਦੀ ਕਗਾਰ ਤੇ ਹੈ। ਵਿਕਲਪ ਬਚੇ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਤਰਜੀਹ ਜਿਹੜੀ ਹੈ ਉਹ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ। ਕੋਈ ਵੀ ਕੈਟਾਗਰੀ ਹੋਵੇ, ਕੰਸਟਰਕਸ਼ਨ ਦਾ ਕੰਮ ਹੈ, ਹੋਰ ਕਈ ਤਰ੍ਹਾਂ ਦੀਆਂ ਨੌਕਰੀਆਂ ਹੈਗੀਆਂ, ਉਹਨਾਂ ਦੇ ਵਿੱਚ ਤਰਜੀਹ ਦਿੱਤੀ ਜਾਏਗੀ ਨੌਜਵਾਨਾਂ ਨੂੰ ਭਰਨ ਦੇ ਲਈ। ਹਾਲਾਂਕਿ ਸਿਹਤ ਸੰਭਾਲ ਖੇਤਰਾਂ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਘਾਟ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਉੱਤੇ ਕਈ ਜਿਹੜੇ ਮਾਹਰ ਨੇ ਉਹ ਆਪਣਾ ਸਵਾਲ ਵੀ ਰੱਖ ਰਹੇ ਨੇ। ਆਓ ਦੇਖਦੇ ਹਾਂ ਇਸ ਤੇ ਇੱਕ ਖਾਸ ਰਿਪੋਰਟ। BC 'ਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਰਿਟਾਇਰਮੈਂਟ ਪਾਰਟੀਆਂ ਦੇਖਣ ਨੂੰ ਮਿਲਣਗੀਆਂ। ਇਹਨਾਂ ਪਾਰਟੀਆਂ ਨੂੰ ਕਰਨ ਦਾ ਕਾਰਨ ਹੈ 2/3 ਸੂਬਾਈ ਕਰਮਚਾਰੀ 2031 ਤੱਕ ਆਪਣੀਆਂ ਨੌਕਰੀਆਂ ਛੱਡਣ ਦੇ ਲਈ ਤਿਆਰ ਨੇ। ਦਰਅਸਲ ਇਹ ਸੂਬੇ ਦੇ ਨਵੇਂ ਲੇਬਰ ਮਾਰਕੀਟ ਆਊਟਲੁੱਕ ਦੇ ਮੁਤਾਬਕ ਹੈ, ਜੋ ਭਵਿੱਖਬਾਣੀ ਕਰਦਾ ਹੈ ਕਿ ਇਸ ਦੇ ਨਾਲ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਦੀ ਥਾਂ ਲੈਣ ਲਈ ਨੌਕਰੀ ਦੇ ਮੌਕੇ ਵਧਦੇ ਨੇ। ਇਸ ਜਾਣਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਸਾਰੀ ਆਰਥਿਕਤਾ ਦੇ ਵਿੱਚ BC ਪ੍ਰੋਵਿੰਸ ਨੇ ਭਵਿੱਖਬਾਣੀ ਕੀਤੀ ਹੈ ਕਿ 2031 ਤੱਕ ਲਗਭਗ 10 ਲੱਖ ਨੌਕਰੀਆਂ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹਨਾਂ ਵਿੱਚੋਂ 77% ਨੂੰ ਸੈਕੰਡਰੀ ਤੋਂ ਬਾਅਦ ਦੀ ਸਿੱਖਿਆ ਦੇ ਕੁਝ ਪੱਧਰ ਦੀ ਲੋੜ ਹੋਵੇਗੀ। ਦੱਸਦੇ ਕਿ ਨਰਸਿੰਗ ਦੀ ਘਾਟ ਖਰਾਬ ਹੋਣ ਦੀ ਉਮੀਦ ਹੈ। ਸਭ ਤੋਂ ਵੱਡੇ ਜਿਹੜੇ ਹਾਲਸ ਨੇ ਇਸ ਵਿੱਚ ਦੇਖਣ ਨੂੰ ਮਿਲੇ ਨੇ ਉਹ ਸਿਹਤ ਸੰਭਾਲ ਉਦਯੋਗ ਦੇ ਵਿੱਚ ਹੈ, ਜਿਸ ਦੇ ਵਿੱਚ 2031 ਤੱਕ ਇਕੱਲੀ ਨਰਸਿੰਗ 26,000 ਅਸਾਮੀਆਂ ਛੱਡ ਦੇਵੇਗੀ। BC ਨਰਸ ਯੂਨੀਅਨ ਦੇ ਪ੍ਰਧਾਨ ਅਮਨ ਗਰੇਵਾਲ ਦੇ ਮੁਤਾਬਕ ਪਹਿਲਾਂ ਹੀ ਕਮੀਆਂ ਨੇ ਤੇ ਪ੍ਰੋਵਿੰਸ ਨੂੰ ਜਲਦੀ ਤੋਂ ਜਲਦੀ ਸਿਖਲਾਈ ਪ੍ਰਾਪਤ ਸਟਾਫ ਤਿਆਰ ਕਰਨ ਲਈ ਇੱਕ ਯੋਜਨਾ ਦੀ ਲੋੜ ਹੈ। ਨਿਰਾਸ਼ਾ ਵਿੱਚੋਂ ਇੱਕ ਇਹ ਹੈ ਕਿ ਸਿਖਲਾਈ ਪ੍ਰਾਪਤ ਵਿਦੇਸ਼ੀ ਨਰਸਾਂ BC ਵਿੱਚ ਕੰਮ ਕਰਨ ਲਈ ਪ੍ਰਮਾਣਿਤ ਹੋਣ ਦੇ ਵਿੱਚ ਨੌਕਰਸ਼ਾਹੀ ਦੇਰੀ ਦੇ ਵਿੱਚ ਫਸੀਆਂ ਹੋਈਆਂ ਨੇ। ਗਰੇਵਾਲ ਨੇ ਕਿਹਾ ਹੈ ਕਿ ਸਾਨੂੰ ਕੀ ਕਰਨ ਦੀ ਲੋੜ ਹੈ ਕਿ ਕੌਮਾਂਤਰੀ ਪੱਧਰ ਤੇ ਪੜ੍ਹੀਆਂ ਲਿਖੀਆਂ ਨਰਸਾਂ ਲਈ ਇੱਥੇ BC ਦੇ ਵਿੱਚ ਆਪਣਾ ਲਾਇਸੈਂਸ ਹਾਸਲ ਕਰਨ ਲਈ ਘੱਟ ਰੁਕਾਵਟਾਂ ਹੋਣ। ਉਹਨਾਂ ਦੇ ਰਜਿਸਟਰਡ ਹੋਣ ਦੇ ਲਈ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ, ਉਹਨਾਂ ਦੇ ਹੁਨਰ ਤੇ ਵਿਭਿੰਨਤਾ ਨੂੰ ਅਪਣਾਇਆ ਜਾਵੇ। ਜੇ ਤੁਸੀਂ ਉਹੀ ਸਿੱਖਿਆ ਲੈ ਰਹੇ ਹੋ, ਉਹੀ ਇਮਤਿਹਾਨ ਲਿਖ ਰਹੇ ਹੋ ਤਾਂ ਤੁਹਾਨੂੰ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ, ਖਾਸ ਕਰਕੇ ਮਹਾਮਾਰੀ ਦੇ ਮੱਧ ਦੇ ਵਿੱਚ ਸਟਾਫਿੰਗ ਸੰਕਟ ਦੌਰਾਨ। ਫਿਰ ਸਾਡੇ ਕੋਲ ਨਰਸਾਂ ਨੇ ਜਿਨ੍ਹਾਂ ਨੇ ਸਾਊਦੀ ਅਰਬ ਦੇ ਵਿੱਚ 20 ਸਾਲ ਕੰਮ ਕੀਤਾ ਹੈ, ਉਹਨਾਂ ਦੇ ਕੋਲ ਕਲੀਨਿਕਲ ਹੁਨਰ ਹੈ। ਉਹਨਾਂ ਨੂੰ ਪ੍ਰਮਾਣਿਤ ਕਰਨ ਦੇ ਲਈ ਪ੍ਰਕਿਰਿਆ ਦੇ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ? ਸਾਨੂੰ ਇੱਕ ਯੋਜਨਾ ਦੀ ਲੋੜ ਹੈ ਤੇ ਸਾਨੂੰ ਕੁਝ ਸਾਲ ਪਹਿਲਾਂ ਅਜਿਹਾ ਹੋਣ ਦੀ ਲੋੜ ਸੀ, ਪਰ ਤੁਸੀਂ ਜਾਣਦੇ ਹੋ ਕਿ ਅਸੀਂ ਨਰਸਿੰਗ ਪ੍ਰਣਾਲੀ ਵਿੱਚ ਵੱਧ ਤੋਂ ਵੱਧ ਸੀਟਾਂ ਪ੍ਰਾਪਤ ਕਰਨ ਲਈ ਫੰਡਿੰਗ ਦੇ ਮਾਮਲੇ ਦੇ ਵਿੱਚ ਜੋ ਵੀ ਪ੍ਰਾਪਤ ਕਰ ਸਕਦੇ ਹਾਂ। ਆਊਟਲੁੱਕ ਮੁਤਾਬਕ ਨਰਸਾਂ ਦੇ ਲਈ ਔਸਤ ਘੰਟੇ ਦੀ ਤਨਖਾਹ ਸੂਬੇ ਦੀਆਂ ਹੋਰ ਨੌਕਰੀਆਂ ਦੇ ਮੁਕਾਬਲੇ ਵਾਲੀ ਹੈ। ਔਸਤਨ ਇੱਕ ਨਰਸ 40 ਘੰਟੇ ਦੇ ਹਿਸਾਬ ਦੇ ਨਾਲ ਕਮਾਏਗੀ, ਜੋ ਸਮੁੱਚੇ ਤੌਰ ਤੇ ਇੱਕ ਕਾਲਜ ਇੰਸਟ੍ਰਕਟਰ, ਇੱਕ ਅਧਿਆਪਕ, ਅਕਾਊਂਟੈਂਟ ਤੋਂ ਵੱਧ ਹੈ। ਪਰ ਗਰੇਵਾਲ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਨਰਸਾਂ ਬਣਨ ਦੀ ਇੱਛਾ ਦੇ ਬਾਵਜੂਦ ਨਰਸਿੰਗ ਸਕੂਲਾਂ ਦੇ ਵਿੱਚ ਜਾਣ ਲਈ ਲੰਬੀ ਉਡੀਕ ਸੂਚੀਆਂ ਦੇ ਵਿੱਚ ਹੈ। ਸੂਬੇ ਨੂੰ ਹੋਰ ਸਥਾਨ ਖੋਲ੍ਹਣ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਇੱਕ ਯੋਜਨਾ ਦੀ ਲੋੜ ਹੈ ਤੇ ਸਾਨੂੰ ਕੁਝ ਸਾਲ ਪਹਿਲਾਂ ਅਜਿਹਾ ਹੋਣ ਦੀ ਲੋੜ ਸੀ, ਪਰ ਤੁਸੀਂ ਜਾਣਦੇ ਹੋ ਕਿ ਅਸੀਂ ਨਰਸਿੰਗ ਪ੍ਰਣਾਲੀ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਪ੍ਰਾਪਤ ਕਰਨ ਲਈ ਫੰਡਿੰਗ ਦੇ ਮਾਮਲੇ ਵਿੱਚ ਜੋ ਵੀ ਪ੍ਰਾਪਤ ਕਰ ਸਕਦੇ ਹਾਂ ਉਹ ਲਵਾਂਗੇ। ਹਾਇਰਿੰਗ ਬਲਡਸ ਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਮੀਦ ਕੀਤੀ ਗਈ। ਉਸ ਮੁਤਾਬਕ 5 ਉਦਯੋਗ ਅਗਲੇ 10 ਸਾਲਾਂ ਵਿੱਚ ਅਨੁਮਾਨਿਤ ਕੁੱਲ ਨੌਕਰੀਆਂ ਦੇ ਲਗਭਗ ਅੱਧੇ ਹਿੱਸੇ ਲਈ ਹੋਣਗੇ। ਸਿਹਤ ਸੰਭਾਲ ਤੇ ਸਮਾਜਿਕ ਸਹਾਇਤਾ 14%, ਪੇਸ਼ੇਵਰ ਵਿਗਿਆਨ ਤੇ ਤਕਨੀਕੀ ਸੇਵਾਵਾਂ 14%, ਪ੍ਰਚੂਨ 10%, ਉਸਾਰੀ ਤੇ 8% ਤੇ ਰਿਹਾਇਸ਼ ਤੇ ਭੋਜਨ ਸੇਵਾਵਾਂ 7% ਹੈ। ਮਹਾਮਾਰੀ ਤੇ ਯਾਤਰਾ ਪਾਬੰਦੀਆਂ ਦੁਆਰਾ ਤਬਾਹ ਹੋਣ ਤੋਂ ਬਾਅਦ BC ਦੇ ਸਖਤ ਪ੍ਰਭਾਵਿਤ ਰਿਹਾਇਸ਼ੀ ਖੇਤਰ ਵਿੱਚ ਹੌਲੀ-ਹੌਲੀ ਉਮੀਦ ਦਿਖਾਈ ਦੇ ਰਹੀ ਹੈ। ਪ੍ਰੋਵਿੰਸ ਨੇ ਭਵਿੱਖਬਾਣੀ ਕੀਤੀ ਹੈ ਕਿ ਸਿਰਫ 2027 ਤੱਕ ਇਸ ਦੇ ਪੂਰਵ ਮਹਾਮਾਰੀ ਦੇ ਜਿਹੜੇ ਹੈ ਪੱਧਰਾਂ ਤੇ ਵਾਪਸੀ ਦੇਵੇਗੀ। ਕੁਝ ਹੱਦ ਤੱਕ ਕਿਉਂਕਿ ਪਿਛਲੇ 2 ਸਾਲਾਂ ਵਿੱਚ ਵਰਚੁਅਲ ਮੀਟਿੰਗਾਂ ਤੇ ਸੰਚਾਰ ਮਾਡਲਾਂ ਵਿੱਚ ਵਾਧੇ ਤੋਂ ਬਾਅਦ ਕਾਰੋਬਾਰੀ ਯਾਤਰਾ ਦੀ ਤਰਜੀਹ ਹੋਣ ਦੀ ਉਮੀਦ ਨਹੀਂ ਕੀਤੀ ਜਾਂਦੀ। ਹਾਲਾਂਕਿ ਪ੍ਰੋਵਿੰਸ ਨੇ ਭਵਿੱਖਬਾਣੀ ਕੀਤੀ ਹੈ ਕਿ ਰੈਸਟੋਰੈਂਟਾਂ ਤੇ ਬਾਰਾਂ ਵਰਗੀਆਂ ਭੋਜਨ ਸੇਵਾਵਾਂ ਨੂੰ 2031 ਤੱਕ ਲਗਭਗ 50,000 ਵਾਧੂ ਕਰਮਚਾਰੀਆਂ ਦੀ ਲੋੜ ਹੋਵੇਗੀ। ਕੰਸਟਰਕਸ਼ਨ, ਜਿਸ ਨੇ ਪਹਿਲਾਂ ਹੀ ਹੁਨਰਮੰਦ ਵਪਾਰਾਂ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਇੱਕ ਬਰਾਬਰ ਕਮੀਆਂ ਦੀ ਘਾਟ ਵੇਖੀ ਹੈ, ਦੀ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ ਦਹਾਕੇ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕੰਮ ਕਰਨ ਵਾਲੇ 70% ਨੂੰ ਬਦਲਣਾ ਪਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਸਤਾਰ ਦੀਆਂ ਨੌਕਰੀਆਂ ਦੇ ਖੁੱਲ੍ਹਣ ਦੇ ਨਾਲ ਸੰਭਾਵੀ ਕਰਮਚਾਰੀਆਂ ਦੇ ਲਈ 76,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸੂਬੇ ਦਾ ਕਹਿਣਾ ਹੈ ਕਿ ਇੱਕੋ ਇੱਕ ਸੈਕਟਰ ਜਿਸ ਤੋਂ ਨੌਕਰੀਆਂ ਗਵਾਉਣ ਦੀ ਉਮੀਦ ਹੈ ਉਹ ਹੈ ਜੰਗਲਾਤ। ਆਉਣ ਵਾਲੇ ਸਾਲਾਂ ਲਈ ਸਟੋਰ ਦੇ ਵਿੱਚ ਨੈਗੇਟਿਵ ਵਿਕਾਸ ਦਰ ਦੇ ਨਾਲ ਨੌਕਰੀਆਂ ਦੀ ਸਿਰਜਣਾ ਨੂੰ ਵਧਾਉਣ ਦੀ ਬਜਾਏ ਅਸਲ ਵਿੱਚ 5,000 ਤੋਂ ਵੱਧ ਮੌਕਿਆਂ ਨੂੰ ਗਵਾਉਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ।
ਸੋ ਇੱਕ ਪਾਸੇ ਆਟਵਾ ਦੇ ਵਿੱਚ ਕਾਫੀ ਸਾਰੇ ਇਸ ਵੇਲੇ ਟਰੱਕਰਸ ਜਿਹੜੇ ਨੇ ਉਹ ਪ੍ਰਦਰਸ਼ਨ ਦੇ ਵਿੱਚ ਬੈਠੇ ਹੋਏ ਨੇ। ਉਸ ਪ੍ਰਦਰਸ਼ਨ ਨੇ ਅਜੇ ਰੁਕਣ ਦਾ ਨਾਮ ਨਹੀਂ ਦਿੱਤਾ ਕਿ ਅਜਿਹੇ ਦੇ ਵਿੱਚ ਸਸਕੈਚੁਅਨ ਦੇ ਵਿੱਚ ਐਲਾਨ ਕਰ ਦਿੱਤਾ ਵੈਕਸੀਨ ਮੈਂਡੇਟ ਖਤਮ ਕਰ ਦਿੱਤਾ ਗਿਆ ਹੈ। ਜਿਹੜਾ ਇਹ ਲਾਜ਼ਮੀ ਵੈਕਸੀਨ ਪ੍ਰਕਿਰਿਆ ਜਿਵੇਂ ਹੀ ਸਸਕੈਚੁਅਨ ਦੇ ਵਿੱਚ ਖਤਮ ਕੀਤੀ ਗਈ ਤਾਂ ਕਿਤੇ ਨਾ ਕਿਤੇ ਜਿਹੜੀ ਰੈਲੀ ਆਟਵਾ ਦੇ ਵਿੱਚ ਇਸ ਵੇਲੇ ਹੋ ਰਹੀ ਹੈ ਉਸਨੇ ਬਲਦੀ ਦੇ ਵਿੱਚ ਜਿਹੜਾ ਤੇਲ ਪਾਉਣ ਦਾ ਕੰਮ ਕਰ ਦਿੱਤਾ ਹੈ। ਇੱਕ ਪਾਸੇ ਜਸਟਿਨ ਟਰੂਡੋ ਸਰਕਾਰ ਘਿਰੀ ਹੋਈ ਹੈ। ਅਜਿਹੇ ਦੇ ਵਿੱਚ ਪ੍ਰੋਵਿੰਸਾਂ ਵੱਲੋਂ ਜਦੋਂ ਇਸ ਤਰ੍ਹਾਂ ਦੇ ਫੈਸਲੇ ਕੀਤੇ ਜਾ ਰਹੇ ਨੇ ਕਿ ਇਹ ਵੰਡੀਆਂ ਪਾਉਣ ਵਾਲਾ ਜਿਹੜਾ ਕਿਤੇ ਨਾ ਕਿਤੇ ਹੋ ਸਕਦਾ ਹੈ ਵੈਕਸੀਨ ਪ੍ਰਕਿਰਿਆ ਜਿਹੜੀ ਲਾਜ਼ਮੀ ਕੀਤੀ ਹੋਈ ਹੈ ਇਹ ਸੁਸਾਇਟੀ ਨੂੰ ਵੰਡ ਰਹੀ ਹੈ, ਇਸ ਲਈ ਇਸ ਨੂੰ ਖਤਮ ਕੀਤਾ ਜਾਏ। ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਕਿ ਲਗਾਤਾਰ ਇਸ ਗੱਲ ਤੇ ਅੜੇ ਹੋਏ ਨੇ ਕਿ ਟਸ ਤੋਂ ਮਸ ਨਹੀਂ ਹੋਣਗੇ ਤੇ ਵੈਕਸੀਨ ਜਿਹੜੀ ਹੈ ਉਹ ਲਾਜ਼ਮੀ ਹੈ ਤੇ ਫੈਸਲਾ ਇਦਾਂ ਹੀ ਰਹੇਗਾ, ਜਿਸ ਨੂੰ ਲੈ ਕੇ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਨੇ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇੱਕ ਪਾਸੇ ਵੈਕਸੀਨ ਮੈਂਡੇਟ ਦੇ ਅੰਤ ਲਈ ਟਰੱਕਰਸ ਅਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਆਟਵਾ ਅਤੇ ਕਈ ਹੋਰ ਇਲਾਕਿਆਂ 'ਚ ਪ੍ਰਦਰਸ਼ਨ ਜਾਰੀ ਹੈ, ਪਰ ਇਸ ਵਿਚਾਲੇ ਸਸਕੈਚੁਅਨ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਵਿੱਚ ਕੋਵਿਡ-19 ਸੰਬੰਧੀ ਪਾਬੰਦੀਆਂ ਨੂੰ ਖਤਮ ਕੀਤਾ ਜਾਏਗਾ। ਪ੍ਰੀਮੀਅਰ ਸਕੌਟ ਮੋਰ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਵਿੱਚ ਵੈਕਸੀਨ ਲਾਜ਼ਮੀ ਦਾ ਅੰਤ ਕੀਤਾ ਜਾ ਰਿਹਾ ਹੈ। ਸੂਬੇ 'ਚ ਵੈਕਸੀਨ ਪਾਸਪੋਰਟ ਦੀ ਪਾਬੰਦੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਮਹੀਨੇ ਦੇ ਅੰਤ ਤੱਕ ਮਾਸਕ ਜਿਹੜੇ ਲਾਜ਼ਮੀ ਹੈ ਕੀਤੇ ਗਏ ਉਸ ਨੂੰ ਵੀ ਖਤਮ ਕਰਨ ਦਾ ਐਲਾਨ ਕੀਤਾ ਹੈ। ਸਕੌਟ ਮੋਰ ਨੇ ਕਿਹਾ ਕਿ ਵੈਕਸੀਨ ਪਾਸਪੋਰਟ ਨੇ ਸੁਸਾਇਟੀ ਵੰਡੀ ਹੈ। ਉਹਨਾਂ ਕਿਹਾ ਲੋਕਾਂ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਵੈਕਸੀਨ ਹਾਸਲ ਕਰਨੀ ਚਾਹੁੰਦੇ ਨੇ ਜਾਂ ਨਹੀਂ। ਸਕੌਟ ਮੋਰ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਲੋਕਾਂ ਦੇ ਇਸ ਹੱਕ ਦਾ ਮਾਣ ਰੱਖੇਗੀ। ਦੂਜੇ ਪਾਸੇ ਆਟਵਾ ਦੇ ਹਾਲਾਤਾਂ ਦੇ ਮੱਦੇਨਜ਼ਰ ਵਿੰਡਸਰ ਓਨਟਾਰੀਓ ਤੇ ਡੈਟਰੋਇਟ ਦਰਮਿਆਨ ਦੋਵਾਂ ਪਾਸਿਆਂ ਤੋਂ ਹੀ ਅੰਬੈਸਡਰ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਸੋਮਵਾਰ ਦੀ ਰਾਤ 8 ਵਜੇ ਡੈਟਰੋਇਟ ਤੇ ਵਿੰਡਸਰ ਦਰਮਿਆਨ ਸਭ ਤੋਂ ਵੱਡੇ ਲਾਂਘੇ ਤੱਕ ਕੈਨੇਡਾ ਤੇ ਅਮਰੀਕਾ ਦੇ ਵੱਲੋਂ ਪਹੁੰਚ ਨਹੀਂ ਸੀ ਕੀਤੀ ਜਾ ਰਹੀ, ਜਿਸ ਕਰਕੇ ਵੱਡੀ ਗਿਣਤੀ 'ਚ ਟ੍ਰੈਫਿਕ ਜਾਮ ਹੋਇਆ, ਜਿਸ ਕਰਕੇ ਲੋਕਾਂ ਨੂੰ ਰਾਹ ਬਦਲ ਕੇ ਆਉਣ ਦੀ ਅਪੀਲ ਕੀਤੀ ਗਈ। ਇਸ ਪ੍ਰਦਰਸ਼ਨ ਦਾ ਕਾਰਨ ਇੱਕ ਪਾਸੇ ਟਰੂਡੋ ਸਰਕਾਰ ਦੀ ਖਿਲਾਫਤ ਹੋ ਰਹੀ ਹੈ, ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਸਸਕੈਚੁਅਨ ਸਰਕਾਰ ਦਾ ਇਹ ਸੋਚ ਕੇ ਵੈਕਸੀਨ ਲਾਜ਼ਮੀ ਪ੍ਰਕਿਰਿਆ ਤੇ ਪਾਬੰਦੀ ਨੂੰ ਹਟਾ ਦੇਣਾ ਕਿ ਸੁਸਾਇਟੀ ਵੰਡੀ ਜਾ ਰਹੀ ਹੈ ਟਰੂਡੋ ਪ੍ਰਤੀ ਰੋਸ ਨੂੰ ਹੋਰ ਵਧਾ ਸਕਦਾ ਹੈ, ਕਿਉਂਕਿ ਇਸ ਵੇਲੇ ਟਰੂਡੋ ਦੇ ਆਪਣੇ ਮੰਤਰੀ ਵੀ ਇਸ ਵੰਡੀਆਂ ਪਾਉਣ ਵਾਲੇ ਮੁੱਦੇ ਨੂੰ ਸੁਲਝਾਉਣ ਦੀ ਸਲਾਹ ਦੇ ਰਹੇ ਨੇ। ਉਧਰ ਮਾਹਰ ਸਲਾਹ ਦੇ ਰਹੇ ਨੇ ਕਿ ਟਰੱਕਾਂ ਦੇ ਕਾਫਲੇ ਦਾ ਜਿਸ ਤਰੀਕੇ ਨਾਲ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਆਰਥਿਕ ਪ੍ਰਭਾਵ ਨੇ ਉਹ ਲੰਬੇ ਸਮੇਂ ਤੱਕ ਦੇਖਣ ਨੂੰ ਮਿਲ ਸਕਦੇ ਨੇ, ਯਾਨੀ ਕਿ ਮਹੀਨਿਆਂ ਤੱਕ ਇਹ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਨੇ। ਆਸੇ ਪਾਸੇ ਦੇ ਜਿਹੜੇ ਇਲਾਕੇ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਆਪੋ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਕੋਵਿਡ-19 ਦੇ ਲੋਕਡਾਊਨ ਕਰਕੇ ਕਾਫੀ ਨਿਰਾਸ਼ਾ ਸੀ ਤੇ ਫਰਵਰੀ ਤੋਂ ਉਹ ਦੁਬਾਰਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸੀ ਕਿ ਹੁਣ ਫਰੀडम ਕਨਵੋਏ ਨੇ ਪਾਰਲੀਮੈਂਟ ਹਿੱਲ ਤੇ ਭੀੜ ਪਾ ਦਿੱਤੀ। ਕਈਆਂ ਦੇ ਸਟੋਰ ਜਿਹੜੇ ਨੇ ਉਹ ਪਾਰਲੀਮੈਂਟ ਹਿੱਲ ਦੇ ਰਸਤੇ ਦੇ ਕੋਲ ਨੇ ਅਤੇ ਛੋਟੇ ਕਾਰੋਬਾਰੀ ਕਹਿੰਦੇ ਨੇ ਕਿ ਹਫ਼ਤੇ ਦੇ 7 ਦਿਨ ਉਹ ਆਪਣੇ ਸਟੋਰਾਂ ਤੇ ਜਾਂਦੇ ਨੇ, ਪਰ ਟ੍ਰੈਫਿਕ ਕਾਰਨ ਆਰਡਰ ਲੈਣ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ। ਉਬਰ ਈਟਸ ਵਾਲੇ ਭੋਜਨ ਡਿਲੀਵਰ ਕਰਨ ਵਾਲੇ ਜਿਹੜੇ ਡਰਾਈਵਰ ਨੇ ਉਹ ਵੀ ਕਿਤੇ ਨਾ ਕਿਤੇ ਟ੍ਰੈਫਿਕ ਦੇ ਵਿੱਚ ਫਸਣਾ ਨਹੀਂ ਚਾਹੁੰਦੇ। ਕਈ ਕਾਰੋਬਾਰੀ ਮਾਲਕਾਂ ਨੂੰ ਇੱਕ ਦੂਜੇ ਹਫ਼ਤੇ ਤੱਕ ਵਿਰੋਧ ਦੇ ਰੂਪ ਦੇ ਵਿੱਚ ਨੁਕਸਾਨ ਕਾਫੀ ਹੋਇਆ ਹੈ। ਸਿਟੀ ਦਾ ਕਹਿਣਾ ਹੈ ਕਿ ਇਕੱਲੇ ਸੁਰੱਖਿਆ ਖਰਚੇ ਲੱਖਾਂ ਡਾਲਰ ਪ੍ਰਤੀ ਦਿਨ ਵੱਧ ਸਕਦੇ ਨੇ। ਸਿਟੀ ਆਫ ਆਟਵਾ ਨੇ ਦੱਸਿਆ ਕਿ ਹੁਣ ਤੱਕ ਰੋਜ਼ਾਨਾ ਪੁਲਿਸਿੰਗ ਖਰਚੇ ਲਗਭਗ 8 ਲੱਖ ਡਾਲਰ ਨੇ। ਇਸ ਦੇ ਸਿਖਰ ਤੇ ਸ਼ਹਿਰ ਦੀਆਂ ਸੇਵਾਵਾਂ ਦੇ ਵਿੱਚ ਵਾਧੂ $1 ਮਿਲੀਅਨ ਹੈ। ਆਟਵਾ ਦੇ ਮੇਅਰ ਜਿਮ ਵਾਟਸਨ ਨੇ ਸੋਮਵਾਰ ਨੂੰ ਫੈਡਰਲ ਤੇ ਓਨਟਾਰੀਓ ਸਰਕਾਰਾਂ ਤੋਂ ਵਾਧੂ 1800 ਏਜੰਟਾਂ ਲਈ ਮਦਦ ਦੀ ਬੇਨਤੀ ਕੀਤੀ ਹੈ, ਜੋ ਜੇਕਰ ਮਨਜ਼ੂਰ ਹੋ ਜਾਂਦੇ ਨੇ ਤਾਂ ਰੋਜ਼ਾਨਾ ਪੁਲਿਸਿੰਗ ਖਰਚੇ ਦੇ ਵਿੱਚ 2.5 ਮਿਲੀਅਨ ਵੱਧ ਜਾਣਗੇ। ਕੈਨੇਡਾ ਦੇ ਵਿੱਚ ਪੱਕੇ ਹੋਣ ਦਾ ਤਰੀਕਾ ਕੀ ਹੈ? ਖਾਸ ਕਰਕੇ ਜਦੋਂ ਵਿਦਿਆਰਥੀਆਂ ਨੇ ਪੱਕੇ ਹੋਣਾ ਪੈਂਦਾ ਹੈ ਤਾਂ ਕਿਹੜੀ ਪ੍ਰਕਿਰਿਆ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈਂਦਾ ਹੈ? ਵਿਦਿਆਰਥੀਆਂ ਨੂੰ ਕੀ LMIA ਥਰੂ ਹੀ ਜਿਹੜਾ ਉਹ ਪੱਕੇ ਹੋਣ ਦੀ ਉਹਨਾਂ ਦੀ ਪ੍ਰਕਿਰਿਆ ਹੁੰਦੀ ਹੈ ਜਾਂ ਫਿਰ ਕੁਝ ਹੋਰ? ਆਓ ਦੇਖਦੇ ਹਾਂ ਸਾਡੇ ਸਹਿਯੋਗੀ ਜਸਕਰਨ ਸਹੋਤਾ ਦੀ ਇਹ ਰਿਪੋਰਟ। ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਪੜ੍ਹਨ ਦੇ ਲਈ ਆਉਂਦੇ ਆ, ਫਿਰ ਇੱਥੇ ਆ ਕੇ ਕੰਮ ਕਰਦੇ ਆ ਤੇ ਫਿਰ ਪੱਕੇ ਹੋ ਜਾਂਦੇ ਆ। ਇਹ ਪ੍ਰੋਸੈਸ ਦੇ ਵਿੱਚ ਕਈ ਵਾਰੀ ਇਹ ਸਟੂਡੈਂਟਸ ਨੂੰ ਐਕਸਪਲੋਇਟ ਕੀਤਾ ਜਾਂਦਾ ਕੰਮ ਦੇ ਮਾਮਲੇ ਵਿੱਚ। 3-4 ਗੱਲਾਂ ਸੁਣਨ ਨੂੰ ਮਿਲਦੀਆਂ। ਕੁਝ ਲੋਕ ਕਹਿੰਦੇ ਆ ਵੀ ਜਿਹੜੇ EMPLOYER ਆ ਉਹਦੇ ਕੋਲੋਂ ਕੋਈ ਲੈਟਰ ਲੈਣੀ ਹੁੰਦੀ ਆ ਤੇ ਉਹ ਲੈਟਰ ਲੈਣ ਦੇ ਲਈ ਫਿਰ ਇਹਨਾਂ ਨੂੰ ਕਈ ਵਾਰੀ ਘੱਟ ਵੇਜਸ ਤੇ ਉੱਥੇ ਕੰਮ ਕਰਨਾ ਪੈਂਦਾ। ਕਈ ਵਾਰੀ ਕੋਈ ਇੱਕ LMIA ਸ਼ਬਦ ਆ, ਇਹ ਬਹੁਤ ਵਰਤੋਂ ਦੇ ਵਿੱਚ ਆਉਂਦਾ ਕਿ ਉਹਨੂੰ LMIA ਲਈ ਕਿਸੇ ਨਾ ਕਿਸੇ ਗਲਤ ਤਰੀਕੇ ਲਈ ਜਾਣਾ ਪੈਂਦਾ। ਬਹੁਤੇ ਸਟੂਡੈਂਟਸ ਨੂੰ ਸੁਣੀਆਂ ਸੁਣਾਈਆਂ ਗੱਲਾਂ ਇੱਕ ਦੂਜੇ ਤੋਂ ਕਰਦੇ ਆ, ਜਾਣਕਾਰੀ ਨਹੀਂ ਹੁੰਦੀ। ਅਸੀਂ ਅੱਜ ਇਹ ਜਾਣਨਾ ਚਾਹੁੰਦੇ ਹਾਂ ਕਿ ਇੱਕ ਸਟੂਡੈਂਟ ਜਦੋਂ ਕੈਨੇਡਾ ਦੇ ਵਿੱਚ ਆ ਗਿਆ, ਉਹਨੇ ਇੱਥੇ ਆ ਕੇ ਪੱਕਾ ਹੋਣਾ ਆ। ਪੜ੍ਹਾਈ ਜਦੋਂ ਉਹਨੇ ਪੂਰੀ ਕਰ ਲਈ ਉਸ ਤੋਂ ਬਾਅਦ ਉਹ ਚਾਹੁੰਦਾ ਆ ਕਿ ਮੈਂ ਕੈਨੇਡਾ ਦੇ ਵਿੱਚ ਰਹਾਂ। ਇਹ ਪ੍ਰੋਸੈਸ ਕੀ ਆ? ਇਹਦੇ ਵਿੱਚ EMPLOYER ਦੇ ਹੱਥ 'ਚ ਕੀ ਆ? ਜੇ ਉਹ ਕਿਤੇ ਕੰਮ ਕਰਦਾ, ਉਹ ਬੰਦਾ ਉਹਨੂੰ ਕੋਈ ਲੈਟਰ ਨਹੀਂ ਦਿੰਦਾ ਤਾਂ ਉਹਦਾ ਨੁਕਸਾਨ ਕੀ ਹੋ ਸਕਦਾ? ਜੇ ਉਹ ਵੈਨਕੂਵਰ ਦੇ ਵਿੱਚ ਕੰਮ ਕਰ ਰਿਹਾ, ਇਹਦੇ 'ਚ ਉਹਨੂੰ ਫਾਇਦਾ ਆ, ਜਾਂ ਉਹ ਕਲੋਨੇ ਕੰਮ ਕਰ ਰਿਹਾ, ਇਹਦੇ 'ਚ ਉਹਨੂੰ ਫਾਇਦਾ ਆ।
ਆਈਲੈਟਸ ਕਿੰਨਾ ਕੁ ਰੋਲ ਪਲੇ ਕਰਦਾ ਆ, ਉਹਦੇ ਜਿਹੜੀ ਮੰਨ ਲਓ ਉਹ ਊਬਰ ਚਲਾਉਂਦਾ ਆ, ਉਹਦਾ ਕਿੰਨਾ ਕੁ ਫਾਇਦਾ ਆ, ਜਾਂ ਉਹ ਆਪਣੀ ਕਈ ਵਿਦਿਆਰਥੀ ਜਿਹੜੇ ਉਹ ਡਿਪਲੋਮੇ ਲਈ ਪੜ੍ਹਨ ਆਉਂਦੇ ਆ, ਕਈ ਡਿਗਰੀ ਲਈ ਪੜ੍ਹਨ ਆਉਂਦੇ ਆ, ਇਹਦਾ ਪੱਕੇ ਹੋਣ 'ਚ ਕੀ ਫਰਕ ਪੈਂਦਾ? ਬਿਨਾਂ ਕਿਸੇ EMPLOYER ਦੀ ਮਦਦ ਤੋਂ, ਬਿਨਾਂ ਕਿਸੇ LMIA ਵਾਲੇ ਚੱਕਰ ਤੋਂ ਇੱਕ ਸਧਾਰਨ ਪੜ੍ਹ ਆਇਆ ਵਿਦਿਆਰਥੀ ਜੇਕਰ ਇੱਥੇ ਪੜ੍ਹਦਾ ਆ ਤਾਂ ਉਹ ਪੱਕਾ ਹੋ ਸਕਦਾ? ਇਸ ਸੰਬੰਧੀ ਅਸੀਂ ਜਾਣਕਾਰੀ ਲੈਣ ਦੇ ਲਈ ਅੱਜ TPSG ਇਮੀਗ੍ਰੇਸ਼ਨ ਤੇ ਤੇਜਿੰਦਰ ਸਿੰਘ ਹੋਣਾ ਦੇ ਕੋਲ ਆਏ ਹਾਂ। ਤੇਜਿੰਦਰ ਜੀ, ਸਾਨੂੰ ਦੱਸਿਓ, ਇਹ ਜਿਹੜੇ ਸਟੂਡੈਂਟ ਆਉਂਦੇ ਆ ਬਿਨਾਂ EMPLOYER ਦੀ ਮਦਦ ਤੋਂ ਪੱਕੇ ਹੋ ਸਕਦੇ ਹੁੰਦੇ? EMPLOYER ਦਾ ਇਹਦੇ 'ਚ ਕੀ ਰੋਲ ਆ ਜਿਹਦੇ ਕੋਲ ਉਹ ਕੰਮ ਕਰਦੇ ਆ? ਹਾਂਜੀ, ਮੈਂ ਦੱਸਦਾ ਜੀ। ਪੱਕੇ ਹੋ ਸਕਦੇ ਜੀ। ਪਹਿਲਾਂ ਤਾਂ ਸਭ ਤੋਂ ਬੇਸਿਕ ਸਟੈਪ ਤੋਂ ਆਪਾਂ ਚੱਲਦੇ ਹਾਂ। ਇੱਥੇ ਜਦੋਂ ਵੀ ਕੋਈ ਸਟੂਡੈਂਟ ਆਉਂਦਾ ਇੱਥੇ, ਉਹਨੂੰ ਜਦੋਂ ਜਿਹੜੇ ਕਾਲਜ 'ਚ ਐਡਮਿਸ਼ਨ ਲੈਣੀ, ਉਹਨੂੰ ਘੋਖ ਪੜਤਾਲ ਕਰਨੀ ਜ਼ਰੂਰੀ ਆ ਵੀ ਮੇਰਾ ਕਾਲਜ ਆਫਟਰ ਸਟੱਡੀਜ਼ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੂਗਾ ਕਿ ਨਹੀਂ ਮਿਲੂਗਾ। ਜੇ ਉਹ ਇਸ ਤਰ੍ਹਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਆਫਟਰ ਸਟੱਡੀਜ਼, ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਤਾਂ ਉਹ ਕਦੇ ਵੀ ਪੱਕਾ ਨਹੀਂ ਹੋ ਸਕਦਾ। ਇਹ ਕਾਲਜ ਹੁੰਦੇ ਆ ਵੀ ਜਿੱਥੇ ਐਡਮਿਸ਼ਨ ਮਿਲ ਗਈ ਉਹ ਪੜ੍ਹਦਾ ਤੇ ਵਰਕ ਪਰਮਿਟ ਨਾ ਮਿਲੇ? ਬਹੁਤ ਤਰ੍ਹਾਂ ਦੇ ਕਾਲਜ ਹੈਗੇ ਆ, ਅਤੇ ਕਾਲਜਾਂ ਦੇ ਵਿੱਚ ਹੋਰ ਵੀ ਡੀਟੇਲ ਹੈਗੀ ਹੈ। ਕੈਨੇਡਾ ਗੌਰਮੈਂਟ ਦੀ ਵੈਬਸਾਈਟ 'ਤੇ cic.gc.ca 'ਤੇ ਹੈਗੀ ਹੈ। ਅਤੇ ਇਹਦੇ 'ਚ ਉੱਥੇ ਕੀ ਕੀਤਾ, ਉਹਨਾਂ ਨੇ ਪ੍ਰੋਪਰਲੀ ਡਿਕਲੇਅਰ ਕੀਤਾ ਹੋਇਆ ਵੀ ਇਹ ਕਾਲਜ ਆਫਟਰ ਸਟੱਡੀਜ਼ PGWP ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦੇ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਉਹਦੀ ਡੀਟੇਲਸ ਦੇ ਵਿੱਚ ਜਾ ਕੇ ਜੇ ਉਹ ਕਾਲਜ 10 ਕੋਰਸ ਕਰਾਉਂਦਾ, ਇਹ ਵੀ ਹੋ ਸਕਦਾ ਵੀ ਸਿਰਫ 2 ਦੇ ਲਈ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਐਲੀਜੀਬਲ ਆ। 8 ਕੋਰਸਾਂ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਲਈ, ਕਾਲਜ DLI ਹੈਗਾ, ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਕਹਿ ਦਿੰਦੇ ਆ। ਪਰ ਜੇ ਉਹ ਕਾਲਜ ਜਿਹੜਾ ਉਹ ਕੋਰਸ ਜਿਹੜੇ ਆ ਪਰਟੀਕੂਲਰ ਉਹਦੇ ਲਈ PGWP ਅਲਾਉਡ ਨਹੀਂ ਹੈਗਾ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ। ਫਿਰ ਉਹਦਾ ਦੂਜਾ ਹੱਲ LMIA ਵਗੈਰਾ ਜੋ ਵੀ ਤੁਸੀਂ ਅਦਰ ਦੂਜੇ ਢੰਗ ਨੇ ਉਹ ਹੋ ਸਕਦਾ। ਕੋਈ ਕਿਸੇ ਨਾਲ ਮੈਰਿਜ ਕਰਵਾ ਲਵੇ ਇੱਥੋਂ ਦੇ PR ਦੇ ਨਾਲ। ਇੱਕ ਹੋਰ ਗੱਲ ਦੱਸਿਓ, ਇਹਦੇ ਵਿੱਚ ਕੁਝ ਨਿਆਣੇ ਡਿਪਲੋਮਾ ਕਰ ਲਈ ਆਉਂਦੇ ਆ, ਕੁਝ ਜ਼ਿਆਦਾ ਲੰਬੀ ਡਿਗਰੀ ਕਰਨ ਦੇ ਲਈ ਆਉਂਦੀ, ਇਹਦਾ ਵਰਕ ਪਰਮਿਟ 'ਚ ਕੋਈ ਫਰਕ ਪੈਂਦਾ? ਹਾਂਜੀ, ਇਹਦੇ 'ਚ ਵਰਕ ਪਰਮਿਟ ਦੇ ਵਿੱਚ ਇਹ ਫਰਕ ਪੈਂਦਾ ਜੀ, ਜਿਹੜੇ ਜਿੰਨੀ ਸਟੱਡੀ ਆ ਉਹਨਾਂ ਤਾਂ ਵਰਕ ਪਰਮਿਟ ਉਹਨਾਂ ਨੇ ਦੇਣਾ ਹੀ ਦੇਣਾ ਤੁਹਾਨੂੰ। ਦੱਸੇ 2 ਸਾਲ ਦਾ ਕੋਰਸ ਆ, 2 ਸਾਲ ਦਾ ਵਰਕ ਪਰਮਿਟ ਮਿਲ ਜਾਣਾ। ਜੇ 3 ਡਿਗਰੀ ਪ੍ਰੋਗਰਾਮ ਆ ਉਹਦੇ 'ਚ 3 ਸਾਲ ਦਾ ਵੀ ਵਰਕ ਪਰਮਿਟ ਮਿਲਦਾ। ਇੱਕ ਵਰਕ ਪਰਮਿਟ ਦੀ ਡਿਊਰੇਸ਼ਨ ਵੱਧ ਜਾਂਦੀ ਆ ਡਿਗਰੀ ਤੇ ਡਿਪਲੋਮੇ ਦੇ ਵਿੱਚ। ਇਹਦੇ ਵਿੱਚ ਹੁਣ ਵਰਕ ਪਰਮਿਟ, ਚਲੋ ਉਹਨੇ ਜੋ ਸਟੂਡੈਂਟ ਨੇ ਪੜ੍ਹਾਈ ਪੂਰੀ ਕਰ ਲਈ, ਹੁਣ ਉਹਨੂੰ ਵਰਕ ਪਰਮਿਟ ਮਿਲ ਗਿਆ ਤੇ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਹੁਣ ਪੱਕੇ ਹੋਣ ਲਈ ਅਗਲਾ ਸਟੈਪ ਕੀ ਹੈ? ਹਾਂਜੀ, ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਦੇ 'ਚ 2-3 ਤਰ੍ਹਾਂ ਦੀਆਂ ਕਲਾਸਿਸ ਆਉਂਦੀਆਂ ਨੇ ਸਟਰੀਮ। ਪਹਿਲਾਂ ਤਾਂ ਉਹਨੇ ਫੈਡਰਲ ਦੇ ਵਿੱਚ 1 ਸਾਲ ਕੰਮ ਕਰਕੇ ਉਹਨੇ ਜਿਹੜੀ ਐਕਸਪ੍ਰੈਸ ਐਂਟਰੀ ਉਹਦੇ 'ਚ ਆਪਣਾ ਪ੍ਰੋਫਾਈਲ ਕ੍ਰੀਏਟ ਕਰ ਸਕਦਾ। ਜੇ ਉਹ ਆਈਲੈਟਸ ਦੇ ਸਕੋਰ ਗੁੱਡ ਨੇ ਅਤੇ ਉੱਥੇ ਉਹਦੇ ਪੁਆਇੰਟ ਬਣ ਜਾਣਗੇ। ਪਰ ਕਈ ਵਾਰੀ ਉਸ CRS ਸਕੋਰ ਦੇ ਪੂਰਾ ਨਾ ਹੋਣ ਦੇ ਕਰਕੇ ਉਹਦੀ ਫਾਈਲ ਉੱਥੇ ਹੀ ਰਹਿ ਸਕਦੀ ਹੈ। ਪਰ ਜੇ ਇੱਥੇ ਉਹ ਕੰਮ ਕਰਦਾ, ਜਿਸ ਪੋਜੀਸ਼ਨ 'ਤੇ ਕਰਦਾ, ਜਿਸ ਰੀਜਨ ਦੇ ਵਿੱਚ ਕਰਦਾ, ਉਹਦੇ ਬੇਸ ਦੇ ਉੱਤੇ BCPNP ਥਰੂ ਉਹਦੀ ਫਾਈਲ ਦੇ ਵਿੱਚ ਉਹਦੇ ਪੁਆਇੰਟ ਵੱਧ ਸਕਦੇ ਆ, ਜਿਹੜੇ ਕਿ ਜੇ PNP ਦੇ ਵਿੱਚ ਉਹਦੀ ਸਿਲੈਕਸ਼ਨ ਹੋ ਜਾਂਦੀ ਆ ਅਤੇ ਫਾਈਲ ਅਪਰੂਵ ਹੋ ਜਾਂਦੀ ਆ ਤਾਂ ਜਿਹੜੀ ਐਕਸਪ੍ਰੈਸ ਐਂਟਰੀ ਆ ਉਹਦੇ ਵਿੱਚ ਉਹਦੇ 600 ਪੁਆਇੰਟ ਐਡ ਹੋ ਜਾਣਗੇ। ਮੇਨ ਚੀਜ਼ ਹੁਣ ਹੈਗੀ ਆ BCPNP, ਜਿਹਦਾ 600 ਪੁਆਇੰਟ ਆ, ਜਿਹਦੇ ਨਾਲ ਉਹਦਾ ਪੱਕਾ ਹੋਣ ਦਾ ਲਗਭਗ ਚਾਂਸ ਹੋ ਜਾਂਦੇ। ਜਿਹੜੀ BCPNP ਆ, ਇਹਦੇ ਲਈ ਕਿਹੜੇ ਮਤਲਬ ਪੁਆਇੰਟ ਆ, ਕਿੱਥੋਂ ਉਹਦੇ ਨੰਬਰ ਪੂਰੇ ਹੁੰਦੇ ਆ? ਹਾਂਜੀ, ਇਹਦੇ ਕਈ 6-7 ਫੈਕਟਰ ਨੇ। ਇੱਕ ਤਾਂ ਤੁਹਾਡਾ ਐਕਸਪੀਰੀਅੰਸ ਕੀ ਹੈ ਜੀ, ਜੇ 1 ਸਾਲ ਦਾ, 2 ਸਾਲ ਦਾ, 3 ਸਾਲ ਦਾ। ਉਸ ਤੋਂ ਬਾਅਦ ਜੇ ਤੁਸੀਂ ਕੈਨੇਡਾ ਦੇ ਵਿੱਚ 1 ਸਾਲ ਕੰਮ ਕੀਤਾ, ਉਹਦੇ 10 ਪੁਆਇੰਟ ਹੋ ਨੇ। ਉਸ ਤੋਂ ਬਾਅਦ ਕਿਸ ਪੋਜੀਸ਼ਨ 'ਤੇ ਕੰਮ ਕਰ ਰਹੇ ਹੋ, ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਇੱਕ ਬੰਦਾ ਊਬਰ ਚਲਾ ਰਿਹਾ, ਇੱਕ ਬੰਦਾ ਸੁਪਰਵਾਈਜ਼ਰ ਦੀ ਜੋਬ ਕਰ ਰਿਹਾ, ਇੱਕ ਮੈਨੇਜਰ ਦੀ ਜੋਬ ਕਰ ਰਿਹਾ। ਸੁਪਰਵਾਈਜ਼ਰ ਜਾਂ ਐਂਟਰੀ ਲੈਵਲ ਜੋਬਾਂ ਨੇ ਉਹਦੇ 5 ਪੁਆਇੰਟ ਹੀ ਆ। ਜਦੋਂ ਕੈਟੇਗਰੀ B ਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਟ੍ਰੇਡ ਆ ਜਾਂਦੇ ਆ ਅਤੇ ਸੁਪਰਵਾਈਜ਼ਰ ਦੀ ਜੋਬ ਆ ਜਾਂਦੀ, ਉਹਦੇ 10 ਪੁਆਇੰਟ ਨੇ BCPNP ਦੇ ਵਿੱਚ। ਜੇ ਮੈਨੇਜਰੀਅਲ ਲੈਵਲ ਦੀ ਜੋਬ ਆ ਤਾਂ ਉਹਦੇ 25 ਪੁਆਇੰਟ ਜੁੜਦੇ ਆ ਜੀ। ਉਸ ਤੋਂ ਬਾਅਦ ਉਹਦੇ ਆਈਲੈਟਸ ਦੇ ਸਕੋਰ ਕੀ ਨੇ, 5 ਸਕੋਰ ਨੇ, ਉਹਨੂੰ 10 ਪੁਆਇੰਟ ਮਿਲਦੇ ਆ, ਉਹਦੇ 7 ਨੇ, ਉਹਨੂੰ 18 ਪੁਆਇੰਟ ਮਿਲਦੇ ਆ। ਇਹ ਵੀ ਇੱਕ ਫੈਕਟਰ ਹੈਗਾ। ਜੇ ਉਸ ਜਿਹੜੀ ਜੋਬ ਉਹ ਕਰ ਰਿਹਾ, ਜੇ ਸਕਿਲਡ ਟ੍ਰੇਡ ਦੇ ਵਿੱਚ ਆ ਜਾਂਦੀ ਹੈ, ਕੁਛ ਕੈਟੇਗਰੀਜ਼ ਹੈਗੀਆਂ ਨੇ, ਉਹਨਾਂ ਨੂੰ 10 ਐਕਸਟਰਾ ਪੁਆਇੰਟ ਮਿਲਦੇ ਆ ਉਸ ਤਰ੍ਹਾਂ ਦਾ ਕੰਮ ਕਰਨ ਲਈ। ਜੇ ਉਹ ਜੋਬ ਇਨ ਡਿਮਾਂਡ ਜੋਬ ਆ BC ਦੇ ਵਿੱਚ, ਉਹਦੇ ਐਕਸਟਰਾ ਪੁਆਇੰਟ ਨੇ ਜੀ। ਫਿਰ ਉਹਨੇ ਜੇ ਪੜ੍ਹਾਈ ਕਿਹੜੀ ਕੀਤੀ ਆ, ਜੇ ਡਿਪਲੋਮਾ ਕੀਤਾ ਨਾਨ ਟ੍ਰੇਡ ਵਾਲਾ, ਉਹਨੂੰ 2 ਪੁਆਇੰਟ ਮਿਲਣੇ। ਜੇ ਉਹਨੇ ਟ੍ਰੇਡਸ ਵਾਲਾ ਡਿਪਲੋਮਾ ਕਰ ਲਿਆ, ਉਹਨੂੰ 11 ਪੁਆਇੰਟ ਮਿਲਣੇ। ਜੇ ਉਹਨੇ ਡਿਗਰੀ ਕਰ ਲਈ, ਉਹਨੂੰ 11 ਪੁਆਇੰਟ ਮਿਲਣੇ। ਅਤੇ ਜੇ ਉਹਨੇ ਡਿਗਰੀ BC 'ਚੋਂ ਕਰ ਲਈ, ਫਿਰ ਉਹਨੂੰ 8 ਪੁਆਇੰਟ ਹੋਰ ਮਿਲ ਜਾਣੇ। ਫਿਲਹਾਲ ਰੁਕਦੇ ਹਾਂ ਤੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ, ਤੇ ਇਸ ਤੋਂ ਬਾਅਦ ਚੱਲਦੇ ਹਾਂ ਐਡਮਿੰਟਨ ਤੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ 2 ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਜੀ।
ਇੱਕ ਖਬਰ ਤੇ ਸਾਡੇ ਅਲਬਰਟਾ ਤੋਂ ਇਹ ਆ ਰਹੀ ਹੈ ਕਿ ਅਲਬਰਟਾ ਦੀ ਐਨਡੀਪੀ ਪਾਰਟੀ ਦੀ ਲੀਡਰ ਰੇਚਲ ਨੋਟਲੀ, ਜਿਹੜੇ ਅਲਬਰਟਾ ਲੈਜਿਸਲੇਚਰ ਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਕਹਿ ਲਓ ਲੀਡਰ ਨੇ, ਉਹਨਾਂ ਦਾ ਕਹਿਣਾ ਹੈ ਕਿ ਪ੍ਰੀਮੀਅਰ ਜੇਸਨ ਕੈਨੀ ਹੋਰੀ ਜਿਹੜੇ ਨੇ ਉਹ ਇਸ ਵੇਲੇ ਉਹਨਾਂ ਲੋਕਾਂ ਮੋਹਰੇ ਝੁਕ ਰਹੇ ਨੇ ਜਿਹੜੇ ਬਲੌਕੇਡ ਕੋਵਿਡ-19 ਕਰਕੇ ਇਸ ਵੇਲੇ ਬਲੌਕੇਡ ਕਰ ਰਹੇ ਨੇ ਵੱਖਰੀ ਵੱਖਰੀ ਥਾਂ ਤੇ, ਕਿਉਂਕਿ ਜੇਸਨ ਕੈਨੀ ਹੋਰਾਂ ਨੇ ਅਨਾਉਂਸ ਕੀਤਾ ਹੋ ਸਕਦਾ ਹੈ ਕਿ ਅੱਜ ਜਿਹੜੀਆਂ ਜੀ ਉਹ ਕੁਝ ਸ਼ਰਤਾਂ ਜਿਹੜੀਆਂ ਹਟਾ ਦੇਣਗੇ, ਰਿਸਟ੍ਰਿਕਸ਼ਨਸ ਜਿਹੜੀਆਂ ਲੱਗੀਆਂ ਹੋਈਆਂ ਨੇ। ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਾਰਚ ਦੇ ਐਂਡ ਤੱਕ ਉਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਹਟਾਵਾਂਗੇ, ਖਾਸ ਕਰਕੇ ਵੈਕਸੀਨ ਪਾਸਪੋਰਟ ਜਿਹਦਾ ਨਾਂ ਇਹਨਾਂ ਨੇ ਦਿੱਤਾ ਸੀਗਾ ਅਲਬਰਟਾ ਦੇ ਵਿੱਚ, ਭਈ ਜਦੋਂ ਤੁਸੀਂ ਕਿਸੇ ਪਬਲਿਕ ਪਲੇਸਿਸ ਤੇ ਜਾਂਦੇ ਹੋ ਤੇ ਉੱਥੇ ਤੁਹਾਨੂੰ ਵੈਕਸੀਨ ਪਾਸਪੋਰਟ ਦਿਖਾਉਣਾ ਪੈਂਦਾ। ਉਹਦਾ ਕਰਕੇ ਕਾਫੀ ਉਹਨਾਂ ਦੀ ਵਿਰੋਧਤਾ ਹੋ ਰਹੀ ਹੈ, ਖਾਸ ਕਰਕੇ ਜਿਹੜੇ ਰੂਰਲ ਏਰੀਏ ਨੇ। ਤੇ ਜਿਹੜੀ ਰੇਚਲ ਨੋਟਲੀ ਆ ਉਹਨਾਂ ਦਾ ਕਹਿਣਾ ਕਿ ਪ੍ਰੀਮੀਅਰ ਹੋਰਾਂ ਦੀ ਲੀਡਰਸ਼ਿਪ ਰਿਵਿਊ ਹੋਣ ਜਾਣ ਵਾਲਾ ਆ ਤੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਉਸ ਰੂਰਲ ਏਰੀਏ ਦੀਆਂ ਵੋਟਾਂ ਚਾਹੀਦੀਆਂ ਉੱਥੇ ਜਦੋਂ ਉਹਨਾਂ ਦੀ ਲੀਡਰਸ਼ਿਪ ਦਾ ਰਿਵਿਊ ਕੀਤਾ ਜਾਣਾ। ਸੋ ਇਸ ਕਰਕੇ ਉਹ ਕਹਿੰਦੇ ਕਿ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਛੇਤੀ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਹਟਾ ਕੇ। ਉਹ ਕਹਿੰਦੇ ਵੀ ਇਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਕੋਈ ਸਾਇੰਟੀਫਿਕ ਡਾਟਾ ਮੋਹਰੇ ਰੱਖਦੇ ਤੇ ਫੇਰ ਗੱਲ ਕਰਦੇ ਕਿ ਹਾਂ ਵੀ ਅਸੀਂ ਹਟਾਉਣ ਲੱਗੇ ਹਾਂ। ਪਿਛਲੀ ਸਮਰ ਦੇ ਵਿੱਚ ਵੀ ਇਹਨਾਂ ਨੇ ਇੱਕ ਵਾਰੀ ਇਸ ਤਰ੍ਹਾਂ ਕਰ ਦਿੱਤਾ ਸੀਗਾ ਵੀ ਬੈਸਟ ਐਵਰ ਸਮਰ ਕਹਿ ਕੇ ਖੋਲ੍ਹ ਦਿੱਤਾ ਸੀ, ਇਹ ਜਿਹੜੀਆਂ ਰਿਸਟ੍ਰਿਕਸ਼ਨਸ ਹਟਾਤੀਆਂ ਸੀ, ਫਿਰ ਕੇਸ ਬਹੁਤ ਵੱਧ ਗਏ ਸੀਗੇ। ਸੋ ਉਹਨਾਂ ਗੱਲਾਂ ਦਾ ਹੁਣ ਵੀ ਖਦਸ਼ਾ ਹੈਗਾ ਵੀ ਕਿਤੇ ਕੇਸ ਵੱਧ ਨਾ ਜਾਣ, ਪਰ ਲੱਗਦਾ ਨਹੀਂ ਵੀ ਇਹ ਗੱਲ ਇੱਦਾਂ ਹੋਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਮਾਰਚ ਦੇ ਅਖੀਰ ਤੋਂ ਪਹਿਲਾਂ ਹੀ ਇਹ ਹਟਾ ਦਿੱਤੀਆਂ ਜਾਣਗੀਆਂ। ਔਰ ਦੂਸਰੀ ਖਬਰ ਇਹ ਆ ਰਹੀ ਜੀ, ਕੈਲਗਰੀ ਦੀ ਇੱਕ ਕੰਪਨੀ ਆ ਸੈਨਵੋ, ਉਹਨਾਂ ਦੇ ਜਿਹੜੇ ਆਇਲ ਕੰਪਨੀ ਆ ਉਹਨਾਂ ਦੇ ਜਿਹੜੇ ਹੈ ਨੇ ਚੀਫ ਐਗਜ਼ੈਕਟਿਵ ਐਲੈਕਸ ਪੁਰਬੇ, ਉਹਨਾਂ ਨੇ ਕਿਹਾ ਕਿ ਭਾਵਾਂ ਜਿਹੜੀਆਂ ਆਇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ, ਯਾਨੀ ਕਿ $90 ਪਰ ਬੈਰਲ ਹੋ ਚੁੱਕੀਆਂ ਨੇ, ਔਰ ਕੁਝ ਮਾਹਰ ਕਹਿ ਰਿਹਾ ਵੀ ਆਉਣ ਵਾਲੇ ਦਿਨਾਂ 'ਚ $100 ਵੀ ਹੋ ਜਾਣਾ। ਪਰ ਉਹ ਐਲੈਕਸ ਉਹਨਾਂ ਦਾ ਕਹਿਣਾ ਹੈ ਕਿ ਭਾਵਾਂ ਇਸ ਵੇਲੇ ਪੈਸਾ ਜਿਹੜਾ ਆ ਉਹ ਕੰਪਨੀਆਂ ਕੋਲ ਆ ਰਿਹਾ ਕੈਸ਼, ਪਰ ਉਹ ਆਪਣੇ ਜਿੱਦਾਂ ਕਹਿੰਦੇ ਹੁੰਦੇ ਨਾ ਵਾਗਡੋਰਾਂ ਢਿੱਲੀਆਂ ਨਹੀਂ ਕਰਨੀਆਂ ਚਾਹੁੰਦੇ ਵੀ ਅਸੀਂ ਖਰਚਾ ਕਰਨਾ ਆਰੰਭ ਕਰ ਦਈਏ। ਉਹ ਇਸ ਵੇਲੇ ਉਹ ਕਹਿੰਦੇ ਜੀ ਅਸੀਂ ਕੋਈ ਵੀ ਪ੍ਰੋਜੈਕਟ ਜਿਹੜਾ ਹੈ ਉਹਨਾਂ 'ਤੇ ਇੱਦਾਂ ਪੈਸੇ ਲਾਉਣ ਨੂੰ ਤਿਆਰ ਨਹੀਂ। ਮੈਂ ਕਹਿੰਦਾ ਹਮੇਸ਼ਾ ਹੀ ਧਰਤੀ ਨਾਲ ਜੁੜਿਆ ਰਿਹਾ, ਔਰ ਅਸੀਂ ਕੋਸ਼ਿਸ਼ ਇਹ ਕਰੀਦੀ ਹੈ ਵੀ ਬਾਟਮ ਪ੍ਰਾਈਸ ਜਿਹੜੀ ਆ ਜਦੋਂ ਹੁੰਦੀ ਆ ਸਾਈਕਲਿਕ ਜਿਹੜਾ ਸਾਡੇ ਚੱਲਦਾ ਨਾ ਜੀ ਕੰਮ, ਕਦੇ ਕੀਮਤਾਂ ਉੱਪਰ ਚਲੇ ਗਈਆਂ ਕਦੇ ਥੱਲੇ ਚਲੇ ਗਈਆਂ। ਉਹ ਕਹਿੰਦੇ ਜਦੋਂ ਥੱਲੇ ਗਈਆਂ ਹੁੰਦੀਆਂ ਤਾਂ ਫਿਰ ਅਗਰ ਇਨਵੈਸਟਰ ਨੂੰ ਰਿਟਰਨ ਮਿਲਦੀ ਆ ਤੇ ਅਸੀਂ ਪੈਸੇ ਲਾਉਂਦੇ ਆ। ਸੋ ਮੈਂ ਉਹ ਕਹਿੰਦਾ ਵੀ ਇਹ ਨਹੀਂ ਵੀ ਹੁਣ ਜ਼ਿਆਦਾ ਪੈਸੇ ਬਣਦੇ ਤਾਂ ਜ਼ਿਆਦਾ ਖਰਚ ਕਰਾਂਗੇ। ਪਿੱਛੇ ਜਿਹੇ ਰਿਪੋਰਟ ਵੀ ਆਈ ਸੀ ਜੀ, ਭਾਵਾਂ ਪੈਸੇ ਕੰਪਨੀਆਂ ਨੂੰ ਬਣ ਰਿਹਾ ਪਰ ਉਹ ਇੰਨੇ ਪੈਸੇ ਇਨਵੈਸਟ ਨਹੀਂ ਕਰ ਰਿਹਾ ਮੁੜ ਕੇ, ਜਿਹੜਾ ਤਾਂ ਕਿ ਲੋਕਾਂ ਲਈ ਹੋਰ ਜੌਬਸ ਵਗੈਰਾ ਜਿਹੜੀਆਂ ਨਿਕਲ ਸਕਣ। ਛੋਟੇ ਪ੍ਰੋਜੈਕਟਾਂ 'ਤੇ ਕੰਮ ਕਰ ਕੀਤੇ ਜਾ ਰਹੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਕੀ BC ਦੇ ਸਕੂਲਾਂ ਦੇ ਵਿੱਚ ਬੱਚੇ ਪੰਜਾਬੀ ਪੜ੍ਹਦੇ ਨੇ? ਕਿ ਤੁਸੀਂ ਜਦੋਂ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਣ ਲਈ ਜਾਂਦੇ ਹੋ ਤਾਂ ਉੱਥੇ ਇਹ ਸਵਾਲ ਜਵਾਬ ਕਰਦੇ ਹੋ, ਅਧਿਆਪਕਾਂ ਨੂੰ ਪੁੱਛਦੇ ਹੋ ਕਿ ਤੁਹਾਡੇ ਬੱਚੇ ਨੂੰ ਪੰਜਾਬੀ ਕਿਸ ਹੱਦ ਤੱਕ ਆ ਸਕਦੀ ਹੈ, ਸਿਖਾਈ ਜਾਏਗੀ, ਉਹ ਪੜ੍ਹਨੀ ਪੰਜਾਬੀ ਤੇ ਲਿਖਣੀ ਪੰਜਾਬੀ ਜਿਹੜੀ ਹੈ ਸਿੱਖ ਸਕਦਾ ਹੈ? ਅਜਿਹੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਕਰਨੇ ਬਹੁਤ ਜ਼ਰੂਰੀ ਨੇ। BC ਦੇ ਵਿੱਚ ਜਿਹੜੇ ਮਾਪੇ ਰਹਿੰਦੇ ਨੇ, ਜਿਹੜੇ ਬੱਚੇ ਰਹਿੰਦੇ ਨੇ, ਉਹਨਾਂ ਦੇ ਲਈ ਕਿੰਨੀ ਕੁ ਪੰਜਾਬੀ ਲਾਜ਼ਮੀ ਹੋ ਸਕਦੀ ਹੈ ਉਹਨਾਂ ਦੇ ਬੱਚਿਆਂ ਦੇ ਲਈ ਸਿੱਖਣੀ? ਆਓ ਦੇਖਦੇ ਹਾਂ ਜਸਕਰਨ ਸਿੰਘ ਦੀ ਇਹ ਰਿਪੋਰਟ। ਸਾਡਾ ਜਨਮ ਬਹੁਤਿਆਂ ਦਾ ਪੰਜਾਬ ਦੇ ਵਿੱਚ ਹੋਇਆ ਤੇ ਅਸੀਂ ਪੰਜਾਬ ਤੋਂ ਜਨਮ ਲੈ ਕੇ ਕੈਨੇਡਾ ਦੇ ਵਿੱਚ ਆਏ। ਅੰਗਰੇਜ਼ੀ ਇੱਥੇ ਦੀ ਭਾਸ਼ਾ ਆ, ਅਸੀਂ ਸਿੱਖ ਰਹੇ ਹਾਂ, ਅਸੀਂ ਸਿੱਖੀ ਆ। ਪੰਜਾਬੀ ਵੀ ਸਾਡੇ ਲਈ ਉਨੀ ਜ਼ਰੂਰੀ ਆ, ਖਾਸ ਤੌਰ ਦੇ ਉੱਤੇ ਅਗਲੀ ਪੀੜ੍ਹੀ ਜਿਹੜੀ ਕੈਨੇਡਾ ਦੇ ਵਿੱਚ ਜਨਮ ਲੈ ਰਹੀ ਆ ਉਹਦੇ ਲਈ ਪੰਜਾਬੀ ਪੜ੍ਹਨੀ ਕਈ ਪੱਖਾਂ ਤੋਂ ਜ਼ਰੂਰੀ ਆ। ਇਸੇ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੇ ਮੰਗ ਕੀਤੀ, ਕੈਨੇਡਾ ਸਰਕਾਰ ਨੇ ਸਕੂਲਾਂ ਦੇ ਵਿੱਚ, ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਲਾਗੂ ਕੀਤੀ। ਇੱਥੋਂ ਤੱਕ ਕਿ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬੀ ਦੀ ਪੜ੍ਹਾਈ ਕਰਾਈ ਜਾਂਦੀ ਹੈ। ਪ੍ਰੋਫੈਸਰ ਕੁਲਦੀਪ ਪੇਲੀਆ ਜੀ ਸਾਡੇ ਨਾਲ ਨੇ, ਉਹਨਾਂ ਕੋਲੋਂ ਇਹਦੇ ਬਾਰੇ ਪੁੱਛਦੇ ਹਾਂ ਕਿ ਇਸ ਵੇਲੇ ਪੰਜਾਬੀ ਨੂੰ ਹੋਰ ਵਧਾਉਣ ਲਈ ਕਿਹੜੀ ਖਾਸ ਅਪੀਲ ਦੀ ਲੋੜ ਆ ਤੇ ਉਹਦੇ ਪਿੱਛੇ ਕੀ ਕਾਰਨ ਆ। ਪ੍ਰੋਫੈਸਰ ਕੁਲਦੀਪ ਪੇਲੀਆ ਜੀ, ਹੁਣ ਪੰਜਾਬੀ ਲਈ ਤੁਹਾਡੇ ਵੱਲੋਂ ਇੱਕ ਅਪੀਲ ਆ ਰਹੀ ਆ ਕਿ ਮਾਪੇ ਕੁਛ ਕਰਨ, ਕੀ ਕੀਤਾ ਜਾਣਾ ਚਾਹੀਦਾ ਇਸ ਵੇਲੇ ਜੀ? ਹਾਂ,
ਇਸ ਵੇਲੇ ਇਹ ਕੀਤਾ ਜਾਣਾ ਚਾਹੀਦਾ ਕਿ ਪਿਛਲੇ ਕੁਝ ਸਾਲਾਂ ਤੋਂ ਮੈਂ ਦੇਖ ਰਿਹਾ ਕਿ ਤਕਰੀਬਨ 10-12 ਸਾਲਾਂ ਤੋਂ ਪੰਜਾਬੀ ਦੇ ਜਿਹੜੇ ਅਲਾਉਡ ਤੇ ਹੈ, ਲੈਜਿਸਲੇਸ਼ਨ ਤੇ ਪਾਸ ਹੈ, 8 ਸਾਲ ਤੱਕ ਪੰਜਾਬੀ ਬੱਚੇ ਪੜ੍ਹ ਸਕਦੇ ਨੇ BC ਸਕੂਲ ਸਿਸਟਮ ਵਿੱਚ। ਲੇਕਿਨ ਇਸ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਦੋਂ ਅੱਜ ਤੋਂ 10 ਸਾਲ ਪਹਿਲੇ ਵੀ ਸਿਰਫ 3 ਪ੍ਰਾਇਮਰੀ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਸੀ। ਹੁਣ ਵੀ ਅੱਜ ਤੱਕ 3 ਸਕੂਲਾਂ ਵਿੱਚ ਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ। ਮੈਂ ਚਾਹੁੰਦਾ ਹਾਂ, ਮੈਂ ਦੇਖਦਾ ਹਾਂ ਕਿ ਮੇਰਾ ਵਿਚਾਰ ਹੈ ਕਿ ਘੱਟ ਤੋਂ ਘੱਟ 30 ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾ ਸਕਦੀ ਹੈ। ਕਿਉਂਕਿ ਇੰਨੀ ਸਾਡੀ ਪੰਜਾਬੀ ਵਸੋਂ ਹੈ। ਔਰ ਆਮ ਲੋਕ ਸਮਝਦੇ ਆ ਕਿ ਪੰਜਾਬੀ ਦਾ ਸਿਰਫ ਇਹੀ ਫਾਇਦਾ ਕਿ ਅਸੀਂ ਸੋਸ਼ਲ ਬੈਨੀਫਿਟਸ ਨੇ, ਗੱਲਬਾਤ ਕਰ ਸਕਦੇ ਹਾਂ, ਆਪਣੀ ਕਮਿਊਨਿਟੀ ਜਾ ਸਕਦੇ ਹਾਂ, ਹਾਂਜੀ। ਤੇ ਲੇਕਿਨ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਆ, ਜਿਹੜਾ ਕਿ ਮੈਂ ਪੜ੍ਹਿਆ ਆਪਣੇ ਜਦੋਂ ਤੋਂ ਪੰਜਾਬੀ ਪੜ੍ਹਾਉਣੀ ਸ਼ੁਰੂ ਕੀਤੀ ਹੈ UBC ਵਿੱਚ, ਮੈਂ ਕਾਫੀ ਖੋਜ ਪੜਤਾਲ ਕੀਤੀ ਹੈ ਪੰਜਾਬੀ ਉੱਤੇ। ਸਭ ਤੋਂ ਵੱਡਾ ਬੈਨੀਫਿਟ ਜਿਹੜਾ ਦੋ ਭਾਸ਼ੇ ਹੋਣ ਦਾ ਹੈ, ਇਹ ਤੁਹਾਡੇ ਦਿਮਾਗ ਨੂੰ ਤੇਜ਼ ਕਰਦਾ, ਤੁਹਾਡੇ ਦਿਮਾਗ ਦੇ ਦਿਮਾਗੀ ਬੈਨੀਫਿਟਸ। ਪ੍ਰੋਫੈਸਰ ਹੁਣ ਕੀ ਮਾਪੇ ਕੀ ਕਰ ਸਕਦੇ ਆ ਇਸ ਵੇਲੇ, ਅਪੀਲ ਕੀ ਹੈ? ਅਪੀਲ ਇਹੀ ਹੈ ਕਿ ਕਿਉਂਕਿ ਉਹਨਾਂ ਨੂੰ ਪਹਿਲੇ ਸਮਝਣਾ ਚਾਹੀਦਾ ਕਿ ਬੱਚਿਆਂ ਨੂੰ ਦੋ ਭਾਸ਼ੇ ਕਿਉਂ ਬਣਾਉਣਾ, ਬੱਚਿਆਂ ਨੂੰ ਪੰਜਾਬੀ ਕਿਉਂ ਪੜ੍ਹਾਉਣੀ ਹੈ। ਇਹਨਾਂ ਨਾਲ ਦੋ ਭਾਸ਼ੇ ਬਣ ਜਾਣਗੇ ਔਰ 8 ਸਾਲ ਤੱਕ ਲਗਾਤਾਰ ਪੜ੍ਹਾਉਣਾ। ਬੱਚੇ ਕਹਿੰਦੇ ਜੀ ਅਸੀਂ ਫ੍ਰੈਂਚ ਸਿੱਖ ਲੈਨੇ, ਉਹਦੇ ਫਾਇਦੇ ਜ਼ਿਆਦਾ, ਕੈਨੇਡਾ 'ਚ ਉਹ ਵੀ ਦੋ ਭਾਸ਼ੇ ਬਣ ਗਏ। ਲੇਕਿਨ ਨਹੀਂ, ਉਹ ਫ੍ਰੈਂਚ ਇਸ ਤਰ੍ਹਾਂ ਹੋ ਰਿਹਾ, ਮੈਂ ਅਬਜ਼ਰਵ ਕਰ ਰਿਹਾ ਪਿਛਲੇ 10 ਸਾਲਾਂ ਤੋਂ। BC ਦੇ ਵਿੱਚ ਕਿੰਨੇ ਵੀ ਲੋਕ, ਜਿਵੇਂ ਮੈਂ ਤਕਰੀਬਨ 1000 ਬੱਚਿਆਂ ਕੋਲ ਪੁੱਛਿਆ ਹੋਣਾ, ਕੋਈ ਵੀ ਕਹਿੰਦਾ ਮੈਂ ਫ੍ਰੈਂਚ ਨਹੀਂ ਬੋਲ ਸਕਦਾ। ਬਿਲਕੁਲ ਹੀ 4 ਸਾਲ ਪੜ੍ਹਾਉਂਦੇ ਨੇ ਔਰ ਉਹ ਵੀ ਸੀਰੀਅਸਲੀ ਨਹੀਂ ਪੜ੍ਹਾਈ ਜਾਂਦੀ, ਅਤੇ ਉਹ ਤਕਰੀਬਨ ਵੇਸਟੇਜ ਹੀ ਆਉਂਦਾ। ਮੇਰੇ ਖਿਆਲ 'ਚ ਉਹ 4 ਸਾਲ ਪੂਰੇ ਵੇਸਟ ਹੋ ਰਹੇ ਨੇ। ਅਗਰ ਬੱਚਾ ਸਕੂਲ ਦੇ ਵਿੱਚ ਆਪਣੇ ਤੁਸੀਂ ਕੋਈ ਗੈਸਟ ਬੁਲਾਏ ਨੇ ਅਤੇ ਬੱਚੇ ਨੂੰ ਬੁਲਾਇਆ, 1-2 ਲਾਈਨਾਂ ਫ੍ਰੈਂਚ ਦੀਆਂ ਬੋਲ ਵੀ ਦੇਵੇ, ਅਤੇ ਉਹ ਕੋਈ ਐਡੀ ਵੱਡੀ ਅਚੀਵਮੈਂਟ ਨਹੀਂ ਹੈਗੀ, ਕੋਈ ਐਡੀ ਵੱਡੀ ਪ੍ਰਾਪਤੀ ਨਹੀਂ ਹੈਗੀ। ਲੇਕਿਨ ਪੰਜਾਬੀ ਪੜ੍ਹੋਗੇ ਤਾਂ 8 ਸਾਲ ਤੱਕ ਪੰਜਾਬੀ ਪੜ੍ਹੋਗੇ, ਨਾਲ ਆਲੇ ਦੁਆਲੇ ਲੋਕ ਕਾਫੀ ਜਿਹੜੇ ਨਾਲ ਤੁਸੀਂ ਪੰਜਾਬੀ ਬੋਲ ਸਕਦੇ ਜੇ, ਅਤੇ ਤੁਸੀਂ ਤੁਹਾਡੀ ਜਿਹੜੀ ਫਲੂਐਂਸੀ ਵੱਧ ਸਕਦੀ ਹੈ। ਫ੍ਰੈਂਚ ਲੋਕ ਤਾਂ ਇੱਥੇ ਹੈ ਹੀ ਨਹੀਂ, ਫ੍ਰੈਂਚ ਲੋਕ ਬਹੁਤ ਘੱਟ ਨੇ। ਤੁਸੀਂ ਤੁਹਾਡੀ ਜਿਹੜੀ ਜਦੋਂ ਤੱਕ ਤੁਸੀਂ ਕੋਈ ਭਾਸ਼ਾ ਬੋਲੋ ਨਾ, ਤੁਸੀਂ ਭਾਸ਼ਾ ਨਹੀਂ ਸਿੱਖ ਸਕਦੇ। ਪੰਜਾਬੀ ਸਿੱਖਣ ਦਾ ਚਾਂਸ ਹੈ, ਕੋਈ ਪੰਜਾਬੀ ਭਾਵ ਵਸੋਂ ਹੈ। ਪੰਜਾਬੀ ਵੈਸੇ ਵੀ ਸੈਕੰਡ ਮੋਸਟ ਸਪੋਕਨ ਲੈਂਗੁਏਜ ਹੈ BC ਦੇ ਵਿੱਚ। ਜਿਸ ਕਰਕੇ ਅਸੀਂ ਕਹਿੰਦੇ 5-8 ਸਾਲ ਪੰਜਾਬੀ ਪੜ੍ਹਾਓ ਬੱਚਿਆਂ ਨੂੰ। ਫ੍ਰੈਂਚ ਦਾ ਫਾਇਦਾ ਨਹੀਂ ਹੈ, ਕੋਈ ਵੀ 4 ਸਾਲ ਉਹ ਵੇਸਟ ਜਾਣਗੇ। ਪੰਜਾਬੀ ਪੜ੍ਹਾਓ, 8 ਸਾਲ ਤੱਕ ਫਾਇਦਾ। 8 ਸਾਲ ਪੰਜਾਬੀ ਪੜ੍ਹਨਗੇ, ਉਹ ਬਾਇਲਿੰਗੁਅਲ ਬਣਨਗੇ, ਉਹਨਾਂ ਨਾਲ ਬੋਲੋ ਪੰਜਾਬੀ, ਉਹਨਾਂ ਨੂੰ ਇਨਕਰਜ ਕਰੋ ਪੰਜਾਬੀ ਆਪਣੇ ਆਪਣੀ ਸੱਭਿਅਤਾ ਨਾਲ ਮਿਲਣਗੇ, ਆਪਣੇ ਮਿਊਜ਼ਿਕ ਨੂੰ ਪਸੰਦ ਕਰਨਗੇ। ਅਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਦੀ 8ਵੀਂ ਤੱਕ ਪੜ੍ਹਨੀ ਚਾਹੀਦੀ ਆ ਆਪਣੀ BC ਸਕੂਲਾਂ ਦੇ ਵਿੱਚ। ਜਦ ਸਾਰੇ ਕੈਨੇਡਾ ਵਿੱਚ ਇੱਕੋ ਹੀ ਸੂਬਾ, ਵਾਹਦ ਇੱਕ ਸੂਬਾ ਜਿੱਥੇ ਕਿ ਇਹ ਲੈਜਿਸਲੇਸ਼ਨ ਹੈਗੀ ਹੈ, ਅਤੇ ਇਹਦਾ ਆਪਣੇ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ। ਆਪਣੇ ਬੱਚਿਆਂ ਨੂੰ 8 ਸਾਲ ਤੱਕ BC ਸਕੂਲ ਸਿਸਟਮ ਵਿੱਚ ਪੰਜਾਬੀ ਪੜ੍ਹਾਉਣੀ ਚਾਹੀਦੀ ਹੈ। ਮਾਪੇ ਸਕੂਲਾਂ ਵਿੱਚ ਕੀ ਕਰਨ ਜੀ, ਉਹ ਕਹਿਣ ਨਾਲ ਪੰਜਾਬੀ ਲਾਗੂ ਹੋ ਸਕਦੀ ਹੈ? ਹਾਂਜੀ, ਇਹ ਇਸ ਵਾਸਤੇ ਵੀ ਇੱਕ ਪ੍ਰੋਸੀਜਰ, ਤੁਸੀਂ ਚੰਗਾ ਸਵਾਲ ਪੁੱਛਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ, ਉਹ ਸਕੂਲ ਵਾਲੇ ਕਹਿੰਦੇ ਨੇ, ਸਾਰੇ ਸਕੂਲ ਬੋਰਡ ਵਾਲੇ ਜਾਂ ਸਾਰੇ ਸਕੂਲ ਬੋਰਡਾਂ ਵਾਲੇ, ਉਹ ਕਹਿੰਦੇ ਕਿ ਸਾਨੂੰ ਤੁਸੀਂ ਮਈ ਤੱਕ, ਅਗਰ ਉਹ ਕਿਸੇ ਸਕੂਲ ਦੇ ਵਿੱਚ ਕਲਾਸ ਚਾਲੂ ਅਜੇ ਤੱਕ ਨਹੀਂ ਹੈ, ਚਾਲੂ ਕਰਾਉਣੀ ਚਾਹੁੰਦੇ ਜੇ, ਅਤੇ ਤੁਸੀਂ ਮਈ ਤੱਕ ਉਹਨਾਂ ਨੂੰ ਲਿਸਟ ਦੇ ਦਿਓ, ਤਕਰੀਬਨ 30 ਬੰਦਿਆਂ ਦੀ, 30 ਬੱਚਿਆਂ ਦੀ ਜਾਂ 25 ਬੱਚਿਆਂ ਦੀ। ਜਦੋਂ ਐਕਚੁਅਲੀ ਐਡਮਿਸ਼ਨ ਹੋਏਗੀ ਅਗਸਤ ਦੇ ਵਿੱਚ ਜਾਂ ਸਤੰਬਰ ਦੇ ਵਿੱਚ ਜਾਂ ਜੁਲਾਈ, ਜਦੋਂ ਵੀ ਹੋਈ, ਉਹ ਘੱਟ ਤੋਂ ਘੱਟ 20 ਸਟੂਡੈਂਟ ਹੋ ਜਾਣਗੇ ਅਤੇ 20 ਬੱਚਿਆਂ ਨਾਲ ਉਹ ਕਲਾਸ ਸ਼ੁਰੂ ਕਰ ਦੇਣਗੇ ਪੰਜਾਬੀ। ਇਹ ਕਿਹੜੀ ਕਲਾਸ ਦੇ ਬੱਚਿਆਂ ਦੇ ਮਾਪੇ ਬੇਨਤੀ ਕਰ ਸਕਦੇ ਆ ਉੱਥੇ ਜਿਹੜੇ ਹੁਣ ਬੱਚੇ ਚੌਥੀ 'ਚ ਨੇ, ਉਹਨਾਂ ਨੇ ਅਗਲੇ ਸਾਲ ਹੋਣਾ ਸਤੰਬਰ 'ਚ। ਉਹ ਜਿਹੜੇ ਬੱਚੇ, ਉਹਨਾਂ ਨੂੰ ਮਤਲਬ ਉਹਨਾਂ ਦੀ ਲਿਸਟ ਬਣਾ ਕੇ, ਤਾਂ ਕਿ ਜਦੋਂ 5ਵੀਂ 'ਚ ਹੋਣ, ਤਾਂ 5ਵੀਂ ਦੇ ਵਿੱਚ ਜਦੋਂ ਸੈਕੰਡ ਲੈਂਗੁਏਜ ਚੁਣਨ, ਪੰਜਾਬੀ ਚੁਣਨ, ਅਤੇ ਉਹ ਮਈ ਤੱਕ ਇਹ ਲਿਸਟ ਜਿਹੜੀ ਇਹਦਾ ਸਕੂਲ ਬੋਰਡਾਂ ਨੂੰ ਪਹੁੰਚ ਜਾਣੀ ਚਾਹੀਦੀ ਹੈ, ਤਾਂ ਕਿ ਉਹ ਇੱਕ ਟੀਚਰ ਦਾ ਇੰਤਜ਼ਾਮ ਕਰ ਸਕਣ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।